परम सत्कारयोग मेरे प्यारे दोस्तों, ਤੁਹਾਨੂੰ बहुत बहुत प्यार भरी सत श्री अकाल, नमस्कार, शबा खैर। मैं ਤੁਹਾਡਾ अपना लेखक ਤੇ पत्रकार राम सिंह ढिल्लों। ਤੇ ਅੱਜ मैं जिस विषय ਤੇ ਗੱਲ ਕਰਨ ਲੱਗਿਆ ਉਹ ਵਿਸ਼ਾ ਇਹ ਹੈ ਕਿ श्री गुरु नानक साहब ਦਾ ਜਪਜੀ ਸਾਹਿਬ ਸ਼ਾਹਕਾਰ ਹੈ ਤੇ ਉਹਨਾਂ ਦੀ ਸਮੁੱਚੀ ਬਾਣੀ ਦੇ ਸੰਦਰਭ ਦੇ ਵਿੱਚ ਜੇ ਅਸੀਂ ਗੱਲ ਕਰੀਏ ਜਾਂ ਉਹਨਾਂ ਦੀ ਦੇਣ ਦੀ ਗੱਲ ਕਰੀਏ ਤਾਂ ਉਹ ਏਡੀ ਬਾਕਮਾਲ ਹੈ ਔਰ ਏਡੀ ਖੂਬਸੂਰਤ ਹੈ ਔਰ ਇੰਨੀ ਦੂਰ ਅੰਦੇਸ਼ ਹੈ ਕਿ ਉਹਨਾਂ ਨੇ ਉਸ ਵਕਤ ਯੁੱਗ ਪਲਟ ਕੇ ਰੱਖ ਦਿੱਤਾ ਜਿਸ ਵਕਤ ਸਿਆਸੀ ਤੌਰ 'ਤੇ ਵੀ ਅੰਧਕਾਰ ਸੀ, ਸਮਾਜਿਕ ਤੌਰ 'ਤੇ ਵੀ ਅੰਧਕਾਰ ਸੀ ਅਤੇ ਪਰਿਵਾਰਕ ਤੌਰ 'ਤੇ ਵੀ ਪੰਜਾਬ ਦੀਆਂ ਕਦਰਾਂ ਕੀਮਤਾਂ ਬਿਖਰੀਆਂ ਪਈਆਂ ਸਨ। ਅਤੇ ਉਹਨਾਂ ਨੇ ਜੋ ਹੋਕਾ ਦਿੱਤਾ ਔਰ ਉਹਨਾਂ ਨੇ ਜੋ ਪ੍ਰਚਾਰ ਕੀਤਾ, ਪਰ ਜਿੰਨੀ ਉਹਨਾਂ ਨੇ ਸਖਤ ਮਿਹਨਤ ਕੀਤੀ ਅਸੀਂ ਬਿਆਨ ਨਹੀਂ ਕਰ ਸਕਦੇ। ਅੱਜ ਦੇ ਕਾਲਜ ਔਰ ਸਕੂਲ ਦੇ ਲੜਕੇ ਲੜਕੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਉਹਨਾਂ ਦੀ ਬਾਣੀ ਨੂੰ ਸਿਰਫ ਆਮ ਗੱਲ ਨਾ ਸਮਝਣ ਅਤੇ ਉਹਨਾਂ ਦੀ ਬਾਣੀ ਹੈ ਨਾ ਜਿਹੜੀ, ਅਤੇ ਉਹ ਬੜੀ ਸਾਇੰਟੀਫਿਕ ਹੈ, ਬਹੁਤ ਹੀ ਵਿਗਿਆਨਕ ਨਜ਼ਰੀਏ ਨਾਲ ਸਾਨੂੰ ਸਮਝਾਉਂਦੀ ਹੈ ਕਿ ਅਸੀਂ ਸਮਾਜ ਨੂੰ ਕਿਵੇਂ ਸਮਝਣਾ, ਆਪਣੀ ਸ਼ਖਸੀਅਤ ਦੀ ਉਸਾਰੀ ਕਿਵੇਂ ਕਰਨੀ ਹੈ, ਅੱਗੇ ਕਿਵੇਂ ਵਧਣਾ ਅਤੇ ਅਸੀਂ ਕਿਵੇਂ ਥੜਕਣਾ ਨਹੀਂ ਹੈਗਾ। ਇਕੱਲੀ ਇਕੱਲੀ ਗੱਲ ਦਾ ਜੋ ਜਵਾਬ ਹੈ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਪਿਆ ਅਤੇ ਤੁਸੀਂ ਬੜੇ ਆਰਾਮ ਨਾਲ ਉਹਨੂੰ ਖੋਜ ਕੇ ਉਹਨਾਂ ਤੋਂ ਸੇਧ ਲੈ ਸਕਦੇ ਹੋ। ਜੇ ਕਦੇ ਵੀ ਥੜਕਦੇ ਹੋ ਤੁਸੀਂ, ਤੁਹਾਨੂੰ ਕੋਈ ਵੀ ਗਲਤ ਰਾਏ ਦੇ ਸਕਦਾ ਹੈ, ਪਰ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਅਤੇ ਉਹ ਤਾਂ ਬੜੀ ਕਮਾਲ ਚੀਜ਼ ਹੈ ਅਤੇ ਉਹ ਤੁਹਾਨੂੰ ਹਮੇਸ਼ਾ ਹੀ ਸਿੱਧੇ ਰਸਤੇ ਪਾਏਗੀ, ਜਿਹੜੀ ਪਿਛਲੇ 500-600 ਸਾਲ ਤੋਂ ਪਾਉਂਦੀ ਆ ਰਹੀ ਹੈ ਅਤੇ ਪਾਉਂਦੀ ਰਹੇਗੀ ਯੁਗਾਂ ਯੁਗਾਂਤਰਾਂ ਤੱਕ। ਅਤੇ ਮੈਂ ਗੱਲ ਕਰਾਂ ਸ਼ੁਰੂਆਤੀ ਦੀ ਕਿ ਗੁਰੂ ਨਾਨਕ ਸਾਹਿਬ ਨੇ ਸਤਨਾਮ ਦਾ ਉਪਦੇਸ਼ ਦਿੱਤਾ। ਸਤਨਾਮ ਦਾ ਮਤਲਬ ਹੈ ਸੱਚ ਦਾ ਨਾਮ, ਜੋ ਸੱਚਾਈ, ਸਾਡੇ ਮਨ ਦੀ ਸੱਚਾਈ, ਸਾਡੇ ਤਨ ਦੀ ਸੱਚਾਈ, ਸਾਡੀ ਗੱਲ ਦੀ ਸੱਚਾਈ, ਸਾਡੇ ਕੰਮ ਦੇ ਵਿੱਚ ਸੱਚਾਈ ਔਰ ਸਾਡੇ ਕਰੈਕਟਰ ਦੇ ਵਿੱਚ ਸੱਚਾਈ, ਸਾਡੇ ਸਦਾਚਾਰ ਦੇ ਵਿੱਚ ਸੱਚਾਈ ਹੋਵੇ। ਇਸ ਗੱਲ 'ਤੇ ਉਹਨਾਂ ਨੇ ਜ਼ੋਰ ਦਿੱਤਾ, ਇਸ ਨੂੰ ਸਤਨਾਮ ਕਿਹਾ ਗਿਆ। ਇਸ ਕਰਕੇ ਗੁਰੂ ਨਾਨਕ ਸਾਹਿਬ ਵੇਲੇ ਦੇ ਜੋ ਸਿੱਖ ਸੀਗੇ ਉਹਨਾਂ ਨੂੰ ਸਤਨਾਮੀਏ ਕਿਹਾ ਜਾਂਦਾ ਸੀਗਾ। ਅਤੇ ਗੁਰੂ ਨਾਨਕ ਸਾਹਿਬ ਨੇ ਵੱਡੀ ਗੱਲ ਜੋ ਇਹ ਕੀਤੀ ਕਿ ਉਹਨਾਂ ਨੇ ਬਾਣੀਆਂ ਇਕੱਠੇ ਕਰਨ ਦਾ ਕੰਮ ਕੀਤਾ। ਜਿੰਨੀਆਂ 4 ਉਦਾਸੀਆਂ ਕੀਤੀਆਂ ਉਹਨਾਂ 'ਚ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਨੇ ਇਕੱਠੀ ਕੀਤੀ ਅਤੇ ਅਸੀਂ ਉਹਨਾਂ ਦਾ ਕੋਈ ਦੇਣ ਨਹੀਂ ਦੇ ਸਕਦੇ, ਅਸੀਂ ਬਿਲਕੁਲ ਦੇਣ ਨਹੀਂ ਦੱਸ ਸਕਦੇ। ਕਿੰਨੀ ਦੂਰ ਅੰਦੇਸ਼ੀ ਨਾਲ ਉਹ ਕਾਂਸ਼ੀ ਗਏ, ਉਹ ਮੱਕਾ ਗਏ ਅਤੇ ਉਹ ਕਿੱਥੇ ਕਿੱਥੇ ਨਹੀਂ ਗਏ ਔਰ ਕਿੱਥੋਂ ਕਿੱਥੋਂ ਬਾਣੀ ਲੈ ਕੇ ਆਉਂਦੀ, ਉਹਨਾਂ ਨੇ ਆਪਣੇ ਹੱਥ 'ਚ ਲੈ ਕੇ ਆਉਂਦੀ ਅਤੇ ਉਹਨੂੰ ਗ੍ਰੰਥ ਸਾਹਿਬ ਦਾ ਰੂਪ ਦਿੱਤਾ। ਅਤੇ ਜਪਜੀ ਸਾਹਿਬ ਜੋ ਤਿਆਰ ਕੀਤਾ ਉਹ ਸ਼ਾਹਕਾਰ ਹੈ। ਇਸ ਦੇ ਮੁਕਾਬਲੇ ਦੀ ਬਾਣੀ, ਇਸ ਮੁਕਾਬਲੇ ਦੀ ਕਵਿਤਾ ਦੁਨੀਆ ਦੀ ਕਿਸੇ ਵੀ ਭਾਸ਼ਾ 'ਚ ਨਹੀਂ ਮਿਲਦੀ। ਇੰਨਾ ਅਧਿਆਤਮਵਾਦ, ਇੰਨਾ ਸੱਚ ਗੱਲ ਤਾਂ ਇੰਨਾ ਸਦਾਚਾਰ ਔਰ ਇੰਨਾ ਸਾਇੰਟੀਫਿਕ ਨਜ਼ਰੀਆ ਔਰ ਕਮਾਲ ਦੀ ਗੱਲ ਹੈਗੀ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸੁਣੀਏ ਪੜ੍ਹ ਪੜ੍ਹ ਪਾਵੈ ਮਾਨ, ਸੁਣੀਏ ਲਾਗੇ ਸਾਹਿਤ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ਼। ਉਹ ਕਹਿੰਦੇ ਪੜ੍ਹ ਪੜ੍ਹ ਕੇ ਮਾਣ ਪਾਈਦਾ, ਉਹਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੁੰਦਾ। ਸਿੱਧੀ ਜੀ ਗੱਲ ਹੈਗੀ ਹੈ, ਬਿਲਕੁਲ ਪੱਕੀ ਗੱਲ ਹੈਗੀ ਹੈ। ਸੁਣੀਏ ਪੜ੍ਹ ਪੜ੍ਹ ਪਾਵੈ ਮਾਣ, ਸੁਣੀਏ ਲਾਗੇ ਸਾਹਿਤ ਧਿਆਨ, ਨਾਨਕ ਭਗਤਾ ਸਦਾ ਵਿਗਾਸ। ਉਹ ਕਹਿੰਦੇ ਹਮੇਸ਼ਾ ਵਿਗਾਸ ਦੇ ਵਿੱਚ, ਆਨੰਦ ਦੇ ਵਿੱਚ ਵਿਗਦਾ। ਸੁਣੀਏ ਦੁੱਖ ਪਾਪ ਕਾ ਨਾਸ਼। ਸੋ ਦੋਸਤੋ, ਜੇ ਦੁੱਖਾਂ ਪਾਪਾਂ ਦਾ ਨਾਸ਼ ਕਰਨਾ ਹੈ ਤਾਂ ਗਿਆਨ ਜ਼ਰੂਰੀ ਹੈ, ਪੜ੍ਹਾਈ ਜ਼ਰੂਰੀ ਹੈ ਔਰ ਡਟ ਕੇ ਔਰ ਨਿੱਠ ਕੇ ਪੜ੍ਹਾਈ ਜ਼ਰੂਰੀ ਹੈ। ਬਿਲਕੁਲ ਕੰਨੀ ਨਾ ਕਤਰਾਓ, ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ। ਅਤੇ ਅਗਲੀ ਗੱਲ ਇਹ ਹੈਗੀ ਹੈ,
ਕਹਿੰਦੇ ਜੇ ਤੁਸੀਂ ਮੰਨ ਲੈਂਦੇ ਹੋ, ਜੇ ਤੁਸੀਂ ਕੋਈ ਗੱਲ ਮੰਨ ਲੈਂਦੇ ਹੋ, ਮੰਨ ਲਓ ਤੁਸੀਂ ਕੋਈ ਗੱਲ ਮੰਨ ਲਈ ਵੀ ਮੈਂ ਅੰਗਰੇਜ਼ੀ ਸਿੱਖਣੀ ਹੈ, ਅਤੇ ਮੰਨ ਲਈ ਵੀ ਅੰਗਰੇਜ਼ੀ 'ਚ ਇਹ ਚੀਜ਼ਾਂ ਹੈਗੀਆਂ ਨੇ। ਉਹ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਉਹ ਮੰਨੇ ਨੂੰ ਗੱਲ ਬੜੀ ਉਹ ਇੰਪੋਰਟੈਂਸ ਦਿੰਦੇ ਨੇ, ਅਤੇ ਉਹਨਾਂ ਦੇ ਕਿੰਨੀਆਂ ਹੀ ਲਾਈਨਾਂ ਨੇ ਮੰਨੇ ਦੇ ਉੱਤੇ। ਅਤੇ ਜੇ ਤੁਸੀਂ ਮੰਨ ਲੈਂਦੇ ਹੋ ਪਰਮਾਤਮਾ ਹੈ ਤਾਂ ਹੈ, ਜੇ ਤੁਸੀਂ ਮੰਨ ਲੈਂਦੇ ਹੋ ਵੀ ਸੱਚ 'ਤੇ ਤੁਰਨਾ ਹੈ ਤਾਂ ਤੁਰਨਾ ਹੈ, ਜੇ ਤੁਸੀਂ ਮੰਨ ਲੈਂਦੇ ਹੋ ਕਿ ਸਦਾਚਾਰ ਕਰੈਕਟਰ ਉੱਚਾ ਕਰਨਾ ਹੈ। ਗੱਲ ਤਾਂ ਮੰਨਣ ਦੀ ਹੈ। ਤੁਸੀਂ ਆਪਣੇ ਮਨ ਨਾਲ ਮੰਨਣਾ, ਮਨ ਨੂੰ ਮਨ ਨਾਲ ਹੀ ਸਮਝਾਉਣਾ ਹੈ। ਅਤੇ ਜਦੋਂ ਸਿਆਸੀ ਤੌਰ 'ਤੇ ਬਾਬਰ ਬਾਦਸ਼ਾਹ ਨੇ ਉਸ ਵਕਤ ਹਮਲਾ ਕੀਤਾ, ਅਤੇ ਗੁਰੂ ਨਾਨਕ ਸਾਹਿਬ ਦੀ ਦਲੇਰੀ ਵੇਖੋ, ਅਤੇ ਉਹਨਾਂ ਨੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹ ਮਰਦ ਗੰਮੜਾ ਹੀ ਕੋਈ ਕਹਿ ਸਕਦਾ ਸੀ ਐਡੀ ਵੱਡੀ ਗੱਲ। ਉਸ ਵਕਤ ਜਦੋਂ ਨੇਜੇ ਤਲਵਾਰਾਂ ਦੀ ਸ਼ਰੇਆਮ ਛਾਂ ਸੀ, ਔਰ ਸ਼ਰੇਆਮ ਨੇਜੇ ਤਲਵਾਰਾਂ ਚੱਲਦੇ ਸੀ, ਬੰਦੇ ਦੀ ਜਾਨ ਦੀ ਕੀਮਤ ਕੋਈ ਨਹੀਂ ਸੀਗੀ। ਉਸ ਵੇਲੇ ਗੁਰੂ ਨਾਨਕ ਸਾਹਿਬ ਵੱਲੋਂ ਇੱਦਾਂ ਦੀ ਗੱਲ ਕਰਦੇ ਨਹੀਂ, ਬਹੁਤ ਬੜੀ ਇੱਕ ਇਨਕਲਾਬੀ ਗੱਲ ਹੈਗੀ ਹੈ। ਗੁਰੂ ਨਾਨਕ ਸਾਹਿਬ ਕੁਰੂਕਸ਼ੇਤਰ ਗਏ, ਅਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਜੋ ਪੰਡਤਾਂ ਨੂੰ ਉਪਦੇਸ਼ ਦਿੱਤਾ, ਅਤੇ ਉਹ ਸੀਗਾ ਮਾਸ ਕਰ ਮੂਰਖ ਝਗੜੈ, ਗਿਆਨ ਧਿਆਨ ਨਹੀਂ ਜਾਣੈ, ਕਿਸ ਮਾਸ ਕਿਸ ਪਾਪ ਕਹਾਵੈ, ਕਿਸ ਮੈਂ ਪਾਪ ਸਮਾਣੈ। ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਮਾਸ ਖਾਣ ਜਾਂ ਨਾ ਖਾਣ ਦੀ ਹੈ, ਗੱਲ ਤਾਂ ਗਿਆਨ ਧਿਆਨ ਦੀ ਹੈ। ਤੁਸੀਂ ਇਹ ਦੇਖੋ ਸੱਚ ਕੀ ਹੈ, ਝੂਠ ਕੀ ਹੈ। ਜਿਹੜਾ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਉਹਨੂੰ ਸਾਰਾ ਹੀ ਕੁਝ ਪਤਾ ਲੱਗ ਜਾਂਦਾ ਹੈ ਕਿ ਠੀਕ ਕੀ ਹੈ ਅਤੇ ਗਲਤ ਕੀ ਹੈ। ਅਤੇ ਇਸ ਕਰਕੇ ਉਹਨਾਂ ਨੂੰ ਕਿਹਾ ਇਹ ਜਿਹੜੀਆਂ ਬੇਕਾਰ ਦੀਆਂ ਰੀਤਾਂ ਰਸਮਾਂ ਨੇ ਇਹਨਾਂ ਨੂੰ ਛੱਡੋ, ਅਤੇ ਗੱਲ ਗਿਆਨ ਅਤੇ ਧਿਆਨ ਦੀ ਕਰੋ। ਜੇ ਗਿਆਨ ਅਤੇ ਧਿਆਨ ਦੀ ਤੁਸੀਂ ਗੱਲ ਕਰੋਗੇ ਤਾਂ ਤੁਹਾਡੀ ਸੱਭਿਅਤਾ ਅੱਗੇ ਵਧੇਗੀ, ਡਿਵੈਲਪਮੈਂਟ ਹੋਏਗੀ, ਬੇਸਿਕ ਡਿਵੈਲਪਮੈਂਟ ਹੋਏਗੀ, ਔਰ ਜਿਹੜੀ ਹਮੇਸ਼ਾ ਹੀ ਰਹੇਗੀ। ਬਾਕੀ ਬਿਮਾਰੀਆਂ ਬਾਰੇ ਉਹਨਾਂ ਨੇ ਗੱਲ ਕਹੀ ਹੈ, ਅਤੇ ਉਹ ਬੜੀ ਸਾਇੰਟੀਫਿਕ ਹੈ। ਉਹ ਇਹ ਹੈ ਕਿ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਵਿਸਾਰ ਕੇ ਰਸ 'ਤੇ ਭੋਗ ਕਰਦੇ ਹਾਂ, ਅੱਜ ਕੱਲ੍ਹ ਤਾਂ ਰਸ 'ਤੇ ਭੋਗ ਅਸੀਂ ਬਹੁਤ ਜ਼ਿਆਦਾ ਹੀ ਕਰਦੇ ਹਾਂ। ਅਸੀਂ ਕੋਲਡ ਡਰਿੰਕਸ ਪੀਂਦੇ ਹਾਂ, ਕੋਕ ਪੀਂਦੇ ਹਾਂ, ਕਿੰਨਾ ਕੁਛ ਪੀਂਦੇ ਹਾਂ, ਇਹ ਰਸ ਨੇ। ਬਾਕੀ ਲੇਜ਼ ਖਾਂਦੇ ਹਾਂ, ਕਿੰਨਾ ਕੁਛ ਨੇ। ਇਹ ਸਾਰੇ ਰੋਗ ਪੈਦਾ ਕਰਦੇ ਨੇ। ਅਤੇ ਗੁਰੂ ਨਾਨਕ ਸਾਹਿਬ ਨੇ 500-600 ਸਾਲ ਪਹਿਲਾਂ ਹੀ ਕਹਿਤੀ ਸੀ ਇਹ ਗੱਲ। ਰੋਗ ਹੁਣ ਪੈਦਾ ਕਰ ਰਹੇ ਨੇ, ਕਿਡਨੀਜ਼ ਫੇਲ ਹੋ ਰਹੀਆਂ ਨੇ, ਹਾਰਟ ਦੀਆਂ ਪ੍ਰੋਬਲਮਸ ਹੋ ਰਹੀਆਂ ਨੇ, ਕੈਮੀਕਲਸ ਨਾਲ ਕਿੰਨੀਆਂ ਗੜਬੜਾਂ ਹੋ ਰਹੀਆਂ ਨੇ, ਪਤਾ ਤੱਕ ਨਹੀਂ ਲੱਗ ਰਿਹਾ ਹੈਗਾ। ਅਤੇ ਉਹ ਇਹ ਕਹਿੰਦੇ ਨੇ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਇਹਦਾ ਮਤਲਬ ਇਹ ਹੈਗਾ ਵੀ ਤੁਸੀਂ ਉਹ ਚੀਜ਼ਾਂ ਖਾਓ ਜਿਹੜੀਆਂ ਤੇਜ਼ ਤਰਾਰ ਨਾ ਹੋਣ, ਕੈਮੀਕਲਸ ਤੋਂ ਰਹਿਤ ਹੋਣ, ਅਤੇ ਰਸਾਂ ਭੋਗਾਂ ਤੋਂ ਦੂਰ ਰਹਿਣ ਦੀ ਗੱਲ ਹੈ। ਸਾਦਾ ਭੋਜਨ ਖਾਓ ਜਿਹੜਾ ਸਵਾਦੀ ਭਾਵੇਂ ਨਾ ਲੱਗੇ ਪਰ ਤਾਕਤ ਵਾਲਾ ਹੋਵੇ, ਜਿਵੇਂ ਦਲੀਆ ਹੋ ਗਿਆ, ਦੁੱਧ ਹੋ ਗਿਆ। ਇਹ ਚੀਜ਼ਾਂ ਸਾਨੂੰ ਹਮੇਸ਼ਾ ਤਕੜਾ ਰੱਖਦੀਆਂ ਨੇ, ਹਮੇਸ਼ਾ ਮਜ਼ਬੂਤ ਰੱਖਦੀਆਂ ਨੇ, ਔਰ ਸਦੀਆਂ ਤੋਂ ਸਾਡੇ ਬਜ਼ੁਰਗ ਇੱਦਾਂ ਹੀ ਤਕੜੇ ਹੁੰਦੇ ਰਹੇ ਨੇ। ਔਰ ਤਾਂ ਹੀ ਸਾਡੇ ਸਿੰਘ ਮੁੱਠੀ ਛੋਲੇ ਖਾ ਕੇ ਜੰਗ ਲੜਦੇ ਰਹੇ ਨੇ, ਔਰ ਕਮਾਲ ਦੇ ਸਦੀਆਂ ਤੱਕ ਉਹਨਾਂ ਨੇ ਮੁਗਲਾਂ ਦੇ ਛੱਕੇ ਛਡਾ ਛੱਡੇ ਸਿਰਫ ਮੁੱਠੀ ਛੋਲੇ ਖਾ ਕੇ। ਸੋ ਇਹ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦਾ ਇੱਕ ਬੜਾ ਵੱਡੀ ਗੱਲ ਸੀਗੀ। ਅੱਗੇ ਲਿਖਦੇ ਨੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਕਿਆ ਬਾਤ ਹੈ। ਗੁਰੂ ਨਾਨਕ ਸਾਹਿਬ ਨੇ ਏਡੀ ਵੱਡੀ ਗੱਲ ਕਹਿ ਦੇਣੀ ਕਿ ਜੇ ਜੀਵੈ ਪਤ ਲੱਥੀ ਜਾਏ, ਜੇ ਤੁਹਾਡੀ ਇੱਜ਼ਤ ਲੈ ਜਾਂਦੀ ਹੈ, ਜੇ ਤੁਹਾਡੀ ਮਾਣ ਮਰਿਆਦਾ ਨਹੀਂ ਰਹਿੰਦੀ, ਤਾਂ ਸਭ ਹਰਾਮ ਜੇਤਾ ਕੁਛ ਖਾਏ। ਕਹਿੰਦੇ ਜਿਹੜਾ ਕੁਝ ਤੂੰ ਖਾ ਰਿਹਾ ਨਾ, ਜਿਹੜਾ ਕੁਝ ਪੀ ਰਿਹਾ, ਜਿਹੜਾ ਕੁਝ ਤੂੰ ਆਨੰਦ ਮਾਣ ਰਿਹਾ, ਸਭ ਬੇਕਾਰ ਗੱਲਾਂ ਨੇ, ਸਭ ਹਰਾਮ ਗੱਲਾਂ ਨੇ। ਐਡਾ ਮਜ਼ਬੂਤ, ਐਡੀ ਇਨਕਲਾਬੀ, ਐਨੇ ਯੋਧਿਆਂ ਵਾਲੀ ਗੱਲ ਕਹਿ ਦੇਣੀ, ਇਹ ਸਿਰਫ ਗੁਰੂ ਨਾਨਕ ਸਾਹਿਬ ਵਰਗਾ ਮਰਦ ਗੰਮੜਾ ਔਰ ਦਲੇਰ ਹੀ ਯੋਧਾ ਕਹਿ ਸਕਦਾ ਸੀਗਾ। ਅਤੇ ਇਸ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਲੱਖ ਪ੍ਰਣਾਮ ਕਰਦੇ ਹਾਂ। ਅਤੇ ਤੁਸੀਂ ਵੀ ਔਰ ਉਹਨਾਂ ਦੀ ਫਿਲਾਸਫੀ ਤੋਂ ਸਬਕ ਸਿੱਖੋ,
ਔਰ ਉਹਨਾਂ ਦੀ ਫਿਲਾਸਫੀ ਨੂੰ ਕੋਸ਼ਿਸ਼ ਕਰੋ ਅਪਲਾਈ ਕਰਨ ਦੀ, ਔਰ ਤੁਸੀਂ ਹੈਰਾਨ ਹੋਗੇ ਜਿਹੜੀਆਂ ਗੱਲਾਂ ਦੇ ਜਵਾਬ ਤੁਹਾਨੂੰ ਕਿਸੇ ਕਿਤਾਬ ਦੇ ਵਿੱਚੋਂ ਨਹੀਂ ਮਿਲਦੇ। ਜਦੋਂ ਤੁਸੀਂ ਉਹਨਾਂ ਦੀ ਗੁਰਬਾਣੀ ਪੜ੍ਹੋਗੇ, ਕੋਈ ਵੀ ਪ੍ਰੋਬਲਮ ਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਉਹ ਤੁਹਾਨੂੰ ਜਵਾਬ ਦਿੰਦੇ ਦਿਖਾਈ ਦਿੰਦੇ ਨੇ ਕਿ ਇਹਦਾ ਇਹ ਨਹੀਂ, ਇਹ ਹੱਲ ਹੈਗਾ, ਔਰ ਉਹ ਹੱਲ ਪੱਕਾ ਹੁੰਦਾ ਹੈ ਔਰ ਬਹੁਤ ਮਜ਼ਬੂਤ ਹੁੰਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਧੰਨ ਹਨ, ਅਸੀਂ ਉਹਨਾਂ ਦੇ ਪੈਰੋਕਾਰ ਹਾਂ ਅਤੇ ਅਸੀਂ ਉਹਨਾਂ ਦੀ ਨਤਮਸਤਕ ਹੁੰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਸਾਡੇ ਸਕੂਲਾਂ ਕਾਲਜਾਂ ਦੇ ਲੜਕੇ ਲੜਕੀਆਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਬੜੀ ਬਾਰੀਕੀ ਨਾਲ ਘੋਖਣਗੇ, ਸਮਝਣਗੇ ਔਰ ਸਾਇੰਟੀਫਿਕ ਨਜ਼ਰੀਏ ਤੋਂ ਵਾਚਣਗੇ, ਕਿਉਂਕਿ ਅੱਜ ਦੇ ਬੱਚੇ ਬੜੇ ਜ਼ਹੀਨ ਨੇ, ਬੜੇ ਸਿਆਣੇ ਨੇ, ਬੜੇ ਸਮਝਦਾਰ ਨੇ, ਕੰਪਿਊਟਰਾਈਜ਼ ਯੁੱਗ ਦੇ ਔਰ ਡਿਜੀਟਲ ਯੁੱਗ ਦੇ ਬੱਚੇ ਨੇ। ਇਸ ਕਰਕੇ ਜੇ ਸਮਝਣ ਦੀ ਕੋਸ਼ਿਸ਼ ਕਰਨ ਤਾਂ ਕਮਾਲ ਕਰ ਸਕਦੇ ਨੇ। ਇੰਨਾ ਕਹਿੰਦਾ ਮੈਂ ਖਿਮਾ ਦਾ ਜਾ ਚੁੱਕਾ। ਸਤਿ ਸ਼੍ਰੀ ਅਕਾਲ, ਨਮਸਕਾਰ, ਸ਼ਬਾ ਖੈਰ।